पंजाब से बड़ी खबर है, जहां पर ऑपरेशन लोटस के खिलाफ लगातार विशेष सत्र बुलाया गया राज्यपाल के द्वारा, जिसे रद्द कर दिया गया। बाद में आम आदमी पार्टी ने जबरदस्त प्रदर्शन किया। पंजाब के सारे विधायकों द्वारा सत्र रद्द होने के खिलाफ शांति मार्च निकाला गया। इस मौके पर आप नेताओं का कहना है कि अगर चुनी हुई सरकार सत्र नहीं बुलाएगी तो क्या विपक्ष द्वारा सत्र बुलाया जाएगा। वहीं दूसरी तरफ बीजेपी के कार्यकर्ता और पुलिस आमने सामने हो गए हैं। बीजेपी ने आज चंडीगढ़ में आपके खिलाफ प्रदर्शन किया है। वहीं प्रदर्शन कर रहे बीजेपी कार्यकर्ता सीएम आवास की ओर कूच कर रहे थे, जिन्हें रोकने के लिए वाटर कैनन का इस्तेमाल भी किया गया है। जिस ਵੇਲੇ ਕੱਢਿਆ ਜਾ ਰਿਹਾ ਸਾਡੇ ਨਾਲ ਗੱਲ ਕਰਨ ਦੇ ਲਈ ਐਮਐਲਏ ਅਮਨਦੀਪ ਡਾਕਟਰ ਅਮਨਦੀਪ ਮੌਜੂਦ ਹੈ। ਡਾਕਟਰ ਐਮਐਲਏ ਅਮਨਦੀਪ, ਜਿਸ ਤਰੀਕੇ ਦੇ ਨਾਲ ਅੱਜ ਰੋਸ ਮਾਰਚ ਕੱਢਿਆ ਜਾ ਰਿਹਾ ਹੈ, ਸਰਕਾਰ ਨੂੰ ਖਰੀਦਣ ਦੀ ਗੱਲ ਕਹੀ ਜਾ ਰਹੀ ਸੀ ਕਿ ਐਮਐਲਏਸ ਖਰੀਦਣ, ਲੇਕਿਨ ਵਿਰੋਧੀ ਧਿਰ ਕਹਿੰਦਾ ਕਿ ਜਦੋਂ ਖਰੀਦਿਆ ਹੀ ਨਹੀਂ ਤਾਂ ਸਰਕਾਰ ਇਹ ਸਭ ਕਿਉਂ ਕਰ ਰਹੀ ਹੈ। ਦੇਖੋ ਉਹ ਵਿਰੋਧੀ ਸਾਡੇ ਤੇ ਅੱਜ ਆਵਾਜ਼ ਉਠਾ ਰਹੇ ਆ, ਜਿਨ੍ਹਾਂ ਦੀਆਂ ਪਹਿਲਾਂ ਹੀ 3 ਸਟੇਟਸ ਦੇ ਵਿੱਚ ਬੀਜੇਪੀ ਵੱਲੋਂ ਸਰਕਾਰ ਜਿਹੜੀ ਹੈਗੀ ਗਿਰਾ ਕੇ ਆਪਣੀ ਸਰਕਾਰ ਬਣਾ ਲਿੱਤੀ ਗਈ ਹੈ। ਸੋ ਇਸ ਤੋਂ ਇੱਕੋ ਹੀ ਗੱਲ ਸਾਬਤ ਹੁੰਦੀ ਹੈ ਕਿ ਜਾਂ ਤਾਂ ਬੀਜੇਪੀ ਐਂਡ ਕਾਂਗਰਸ ਜਿਹੜੀ ਹੈਗੀ ਆ ਉਹ ਮਿਲ ਕੇ ਇਹ ਸਭ ਕੁਝ ਕਰ ਰਹੇ ਹੈ, ਕਿਉਂਕਿ ਜਿਨ੍ਹਾਂ ਦੇ ਔਰ ਆਪਾਂ ਨੂੰ ਪਤਾ ਹੈ ਕਿ ਦੂਸਰੀਆਂ ਸਟੇਟਸ ਦੇ ਵਿੱਚ ਕਿੱਦਾਂ ਕਾਂਗਰਸ ਦੇ ਐਮਐਲਏਜ਼ ਨੂੰ ਤੋੜ ਕੇ ਬੀਜੇਪੀ ਨੇ ਆਪਣੀ ਸਰਕਾਰ ਬਣਾਈ ਹੈ। ਸਿਰਫ ਇੱਕ ਐਮਐਲਏ ਦੇ ਨਾਲ ਬੀਜੇਪੀ ਨੇ ਆਪਣੀ ਸਰਕਾਰ ਬਣਾਈ ਆ। ਸੋ ਉਹ ਇਦਾਂ ਦੀਆਂ ਸਟੇਟਮੈਂਟਸ ਅੱਜ ਦੇ ਰਹੇ ਹੈ। ਸੋ ਉਹਦੇ ਤੇ ਵੀ ਇੱਕ ਜਿਹੜਾ ਹੈਗਾ ਸਵਾਲ ਇਹ ਵੀ ਖੜਾ ਹੋ ਰਿਹਾ ਮੈਡਮ ਕਿ ਕੌਨਫੀਡੈਂਸ ਮੋਸ਼ਨ ਲਿਆਉਣ ਦੀ ਸਰਕਾਰ ਨੂੰ ਚਾਹੀਦੀ, ਕਿਹੜੀ ਜ਼ਰੂਰਤ ਪਈ ਕਿ ਜਦੋਂ ਤੱਕ नो कॉन्फिडेंस मोशन तो 2 बार आ चुका है, लेकिन कॉन्फिडेंस मोशन क्यों लेकर आ रही सरकार जो कोई इस तरीके की चीज़ ही नहीं हुई है। देखो ਜਿਹੜਾ बीजेपी ਵੱਲੋਂ ਆਪਰੇਸ਼ਨ ਲੋਟਸ ਚੱਲ ਰਿਹਾ ਉਸ ਦੇ ਵਿੱਚ ਤਰ੍ਹਾਂ ਦੀਆਂ ਗੱਲਾਂ ਆ ਰਹੀਆਂ ਨੇ ਕਿ ਸਰਕਾਰ ਆਪਣਾ ਬਹੁਮਤ ਪੇਸ਼ ਕਰੇ ਜਾਂ ਇਹਨਾਂ ਦੇ ਐਮਐਲਏਜ਼ ਜਿਹੜੇ ਹੈਗੇ ਆ ਉਹਨਾਂ ਨੂੰ ਕਾਲਸ ਆ ਰਹੀਆਂ ਨੇ, ਉਹ ਸ਼ਾਇਦ ਬੀਜੇਪੀ 'ਚ ਜਾ ਰਹੇ ਆ। ਸੋ ਉਸ ਦੇ ਲਈ ਹਮੇਸ਼ਾ ਜਦੋਂ ਰਾਜਪਾਲ ਵੱਲੋਂ ਕਿਹਾ ਜਾਂਦਾ ਕਿ ਬਹੁਮਤ ਪੇਸ਼ ਕਰੋ, ਜਦੋਂ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਇਸ ਸੈਸ਼ਨ ਬੁਲਾਇਆ ਗਿਆ, ਪਹਿਲਾਂ ਉਸ ਨੂੰ ਮਨਜ਼ੂਰੀ ਦੇ ਕੇ ਫਿਰ ਉਹ ਮਨਜ਼ੂਰੀ ਰੱਦ ਕਰਨਾ ਹੀ ਵੀ ਲੋਕਤੰਤਰ ਦੀ ਹੱਤਿਆ ਜਿਹੜੀ ਇਹਨਾਂ ਵੱਲੋਂ ਕੀਤੀ ਗਈ ਆ। ਸੋ ਬੀਜੇਪੀ ਆ ਜਿਹੜੀ ਉਹ ਖਰੀਦ ਕੇ, ਜਿੱਥੇ ਕਈ ਇੱਕ ਥਾਂ ਇਹ ਵੀ ਹੋਇਆ ਵੀ ਉਹਨਾਂ ਦਾ ਇੱਕ ਐਮਐਲਏ ਸੀ ਪਰ ਉਹਨਾਂ ਨੇ ਸਰਕਾਰ ਬਣਾ ਲਈ। ਉਹ ਕਿਸ ਤਰ੍ਹਾਂ ਬਣਾ ਲਈ? ਮੰਤਰੀ ਜੀ ਬੈਠਕ ਮੈਂ ਕਿਹਾ ਬੈਠਕ ਮੈਂ ਕਿਹਾ ਫੈਸਲਾ ਹੋਇਆ ਰਾਜਸਥਾਨ ਦੇ ਵਿੱਚ ਵੀ ਕਾਂਗਰਸ ਨੇ ਲਿਆ ਸੀ, ਪਰ ਅਸੀਂ ਸਾਡੇ ਜਿਹੜੇ ਸੀਐਮ ਸਾਹਿਬ ਨੇ ਭਗਵੰਤ ਮਾਨ ਜੀ ਸਾਰੇ 92 ਦੇ 92 ਐਮਐਲਏ ਇੱਥੇ ਸਾਰੇ ਹਾਜ਼ਰ ਸੀਗੇ। ਸੋ ਇਸ ਤੋਂ ਸਾਬਤ ਹੁੰਦਾ ਹੈ ਕਿ ਜਿਹੜੀ ਕੇਂਦਰ ਦੀ ਸਰਕਾਰ ਹੈ ਉਹ ਆਪਦੇ ਲੋਕਾਂ ਦੇ ਜ਼ਰੀਏ ਜਿਹੜੀਆਂ ਸਟੇਟਾਂ ਨੇ ਉਹਨਾਂ ਤੋਂ ਜਿਹੜੀਆਂ ਸਰਕਾਰਾਂ ਨੂੰ ਹਟਾਉਣਾ ਚਾਹੁੰਦੀ ਆ ਔਰ ਆਪਦਾ ਕਬਜ਼ਾ ਕਰਨਾ ਚਾਹੁੰਦੀ ਆ, ਪਰ ਇਹ ਕਦੇ ਵੀ बर्दाश्त नहीं होगा। ये लोग बैठक खत्म हो चुकी है कि सरकार को ऐसी केड़ी नौबत पैगी कि इसमें चैलेंज की मेरी सरकार अपने आप ऐसे चीज़ें कर रही है। देखो राजा वड़िंग नूं मैनूं ये लगता है कि अपने आप ही एमएलए बेच रहे हैं, जिस तो साफ ਜ਼ਾਹਰ ਹੁੰਦਾ है कि आपदे एमएलए बेच के फिर ਉਹਦੇ ਨਾਲ ਜਿਹੜੀ ਹੈਗੀ ਆਪਣੀ ਪਾਰਟੀ ਚਲਾ ਰਹੇ ਨੇ। ਸੋ ਇਸ ਕਰਕੇ ਇਹਨਾਂ ਦੇ ਐਮਐਲਏ ਪਹਿਲਾਂ ਕਿੰਨੀ ਵਾਰੀ ਖਰੀਦੇ ਜਾ ਚੁੱਕੇ ਨੇ, ਪਰ ਅਸੀਂ ਦ੍ਰਿੜਤਾ ਨਾਲ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਜੀ ਨਾਲ ਉਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜੇ ਹੋ। ਇਹ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲੈਣ, 3 ਵਾਰੀ ਇਹਨਾਂ ਨੇ ਕੋਸ਼ਿਸ਼ ਦਿੱਲੀ ਦੇ ਵਿੱਚ ਕੀਤੀ, ਇੱਕ ਨਹੀਂ ਵਿਕਿਆ। ਫਿਰ ਇਹਨਾਂ ਨੇ ਪੂਰੇ ਕੋਸ਼ਿਸ਼ ਕੀਤੀ ਆਪਰੇਸ਼ਨ ਲੋਟਸ ਜ਼ਰੀਏ, ਇੱਥੇ ਵੀ ਕਿਸੇ ਨੇ ਇਹਨਾਂ ਨੂੰ ਹੱਥ ਨਹੀਂ ਫੜਾਇਆ। ਸੋ ਇਸ ਤੋਂ ਸਾਬਤ ਹੁੰਦਾ ਹੈ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਐਮਐਲਏ ਨੇ ਉਹ ਭਗਵੰਤ ਮਾਨ ਜੀ ਨਾਲ, ਅਰਵਿੰਦ ਕੇਜਰੀਵਾਲ ਨਾਲ ਪੂਰਾ ਮੋਢੇ ਨਾਲ ਮੋਢਾ ਲਾ ਕੇ। ਰੰਧਾਵਾ ਸਾਹਿਬ ਕਹਿੰਦੇ 22 ਐਮਐਲਏ ਚਾਹੀਦੇ ਨੇ, ਜੇ ਮੋਸ਼ਨ ਵੀ ਲੈ ਕੇ ਆਉਣਾ ਵਿਰੋਧੀ ਪਾਰਟੀਆਂ ਕੋਲ ਤਾਂ 22 ਐਮਐਲਏ ਨਹੀਂ, ਤੁਹਾਡਾ ਖਤਰਾ ਕਿਆ ਹੈ? ਅਸੀਂ ਮੰਗਿਆ ਹੀ ਨਹੀਂ। ਗੱਲ ਖਤਰੇ ਦੀ ਗੱਲ ਇਹ ਆ ਜੋ ਪਿੱਤ ਕੇਂਦਰ ਸਰਕਾਰ ਪਾ ਰਹੀ ਆ, ਸਾਡੀ ਉਹਦੇ ਖਿਲਾਫ ਲੜਾਈ ਆ, ਕਿਉਂਕਿ ਇੱਥੇ ਪਹਿਲਾਂ ਨਹੀਂ ਤੁਸੀਂ ਦੇਖੋ ਇਹਨਾਂ ਦਾ ਉਹ ਕੰਮ ਹੈ ਸੱਪਣੀ ਜਿਵੇਂ ਆਪਣੇ ਬੱਚਿਆਂ ਨੂੰ ਖਾਂਦੀ ਆ, ਉਹ ਕੰਮ ਜਿਹੜੀ ਬੀਜੇਪੀ ਕਰ ਰਹੀ ਆ। ਉਹਨਾਂ ਨੇ ਮਹਾਰਾਸ਼ਟਰ ਦੇ ਵਿੱਚ ਇਹੀ ਕੀਤਾ, ਉਹਨਾਂ ਨਾਲ ਭਾਈਵਾਲੀ ਕਰਕੇ ਸ਼ਿਵ ਸੈਨਾ ਨਾਲ ਉਹਨਾਂ ਦਾ ਸਾਰਾ ਸੰਗਠਨ ਤੋੜਤਾ। ਹੁਣ ਹਰਿਆਣੇ ਦੇ ਵਿੱਚ ਤੁਸੀਂ ਦੇਖ ਲਓ ਜੇਜੇਪੀ ਵਾਲਿਆਂ ਨਾਲ ਕਿਵੇਂ ਉਹਨਾਂ ਦਾ ਥੱਲੋਂ ਸਾਰੀ ਮਿੱਟੀ ਖਿੱਚ ਲਈ, ਉਹਨਾਂ ਦੇ ਜਿਹੜੇ ਆਗੂ ਨੇ ਉਹਨਾਂ ਨੂੰ ਆਪਣੇ ਨਾਲ ਜੋੜ ਕੇ ਇਹ ਖਤਮ ਕਰਨਾ ਚਾਹੁੰਦੇ। ਸੈਸ਼ਨ ਬਰੋਡ ਦਾ ਲੋਕਾਂ ਨੂੰ ਕੀ ਮਿਲੂਗਾ? ਪੰਜਾਬ ਦਾ ਕਰੋੜ ਰੁਪਏ ਅੱਜ ਖਰਾਬ ਹੋ ਜਾਣਾ, ਲੋਕਾਂ ਨੂੰ ਇਸ ਦਾ ਲਾਭ ਕੀ ਮਿਲਣਾ? ਇਹ ਜਿਹੜੇ ਪਹਿਲਾਂ ਕਰੋੜਾਂ ਰੁਪਏ ਖਾ ਕੇ ਉਹਦੇ ਨਾਲ ਕੀ ਫਾਇਦਾ ਹੋਇਆ ਕਿਸੇ ਦਾ? ਅਸੀਂ 1-1 ਰੁਪਈਆ ਜੋ ਸਰਕਾਰ ਲਾ ਰਹੀ ਆ ਉਹ ਆਮ ਲੋਕਾਂ ਦੀ ਭਲਾਈ ਵਾਸਤੇ ਲਾ ਰਹੀ ਆ। ਅਸੀਂ ਇੱਥੇ ਜਿਹੜਾ ਸੈਸ਼ਨ ਵੀ ਕਰਨਾ ਉਹ ਵੀ ਅਸੀਂ ਵਿਧਾਨ ਸਭਾ ਦੇ ਵਿੱਚ ਇਸ ਵੇਲੇ ਸ਼ਾਂਤੀ ਮਾਰਚ ਕੱਢਿਆ ਜਾ ਰਿਹਾ ਹੈ। ਹੱਥਾਂ ਦੇ ਵਿੱਚ ਤਖਤੀ ਫੜ ਕੇ ਇੱਕ ਤਸਵੀਰ ਦਿਖਾਣਾ ਚਾਹਾਂਗੇ। ਤੁਸੀਂ ਦੇਖ ਸਕਦੇ ਹੋ ਪੰਜਾਬ ਦੇ ਵਿਧਾਨ ਸਭਾ ਤੋਂ ਸ਼ਾਂਤੀ ਮਾਰਚ ਕੱਢ ਰਹੇ ਨੇ। ਤਸਵੀਰਾਂ ਹੈ ਸਰ, ਤੁਹਾਡੇ ਕੋਲ ਜਾਨਣਾ ਚਾਹਾਂਗੇ ਸ਼ਾਂਤੀ ਮਾਰਚ ਕੱਢਿਆ ਜਾ ਰਿਹਾ ਹੈ। ਲੋਕਤੰਤਰ ਨੂੰ ਬਚਾਉਣ ਲਈ ਸ਼ਾਂਤੀ ਮਾਰਚ ਕੱਢਿਆ ਜਾ ਰਿਹਾ ਹੈ। ਪੂਰੇ ਹਿੰਦੁਸਤਾਨ 'ਚ
बीजेपी है जो सरकार मोदी की वो लोकतंत्र का कत्ल कर रही है और पंजाब के सूरबीर है इन्होंने लोकतंत्र को बचाया। ये लगता है जिस तरीके के नाम सुताई का दोबारा सेशन सत्ता क्या है, लगता है कि सेशन की मंजूरी मिलने का क्या रहेगा? बिल्कुल मंजूरी मिलेगी। विधानसभा च लिखा है, कॉन्स्टिट्यूशन लिखा है कि अगर दोबारा कैबिनेट पास करके दोबारा गवर्नर साहब ने रिक्वेस्ट कर दी तो विधानसभा का सेशन दोबारा बनाया जाता है। अब कांग्रेस पार्टी कह रही है कि आम आदमी पार्टी पूरी तरीके से ਨਾਲ ਇੱਕ ਡਰਾਮਾ ਕ੍ਰੀਏਟ ਕਰ ਰਹੀ ਹੈ, ਤੁਸੀਂ ਕਿਵੇਂ ਸੋਚਦੇ ਹੋ? ਡਰਾਮਾ ਨੇ ਤਾਂ ਲੋਕਤੰਤਰ ਬਚਾਉਣ ਦੀ ਤੁਸੀਂ ਦੇਖਿਆ 5 ਸਟੇਟਾਂ 'ਚ ਬੀਜੇਪੀ ਨੇ ਚੁਣੀਆਂ ਹੋਈਆਂ ਲੋਕਾਂ ਦੀਆਂ ਸਰਕਾਰਾਂ ਤੋੜੀਆਂ ਨੇ ਔਰ ਪੰਜਾਬ 'ਚ ਇਹ ਕਰਨਾ ਚਾਹੁੰਦੇ ਸੀ, ਲੇਕਿਨ ਪੰਜਾਬ ਦੇ ਸੂਰਬੀਰ ਲੋਕ ਨੇ ਲੋਕਾਂ ਦੇ ਚੁਣੇ ਹੋਏ ਜਿਹੜੇ ਨੁਮਾਇੰਦੇ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਉਹਨਾਂ ਨੂੰ ਮੂੰਹ ਤੋੜ ਜਵਾਬਾਂ ਦੇ ਰਹੇ ਨੇ। ਸੋ ਮੂੰਹ ਤੋੜ ਜਵਾਬ ਦਿੱਤਾ ਜਾ ਰਿਹਾ, ਤਸਵੀਰਾਂ ਜ਼ਰੂਰ ਦਿਖਾਣਾ ਚਾਹਾਂਗੇ ਤੁਹਾਨੂੰ, ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਪੰਜਾਬ ਵਿਧਾਨ ਸਭਾ ਦੇ ਵਿਖੇ ਸ਼ਾਂਤੀ ਮਾਹੌਲ। ਦੇਖੋ ਅੱਜ ਲੋਕਤੰਤਰ ਦੀ ਹੱਤਿਆ, ਅੱਜ ਚੁਣੇ ਹੋਏ ਨੁਮਾਇੰਦੇ ਅਸੀਂ ਮੰਗ ਕਰ ਰਹੇ ਹਾਂ ਕਿ ਜਿਹੜਾ ਹੈਗਾ ਸੈਸ਼ਨ ਸੱਦਿਆ ਜਾਵੇ। ਪਹਿਲਾਂ ਸੈਸ਼ਨ ਨੂੰ ਬੁਲਾਉਣਾ ਔਰ ਉਸ ਨੂੰ ਪਾਸ ਕਰ ਦੇਣਾ ਤੇ ਉਸ ਤੋਂ ਬਾਅਦ ਉਹ ਇਸ਼ਾਰੇ ਦੇ ਉੱਤੇ ਸੈਸ਼ਨ ਨੂੰ ਜਿਹੜਾ ਹੈਗਾ ਰੱਦ ਕਰ ਦੇਣਾ, ਮੈਂ ਸਮਝਦਾ ਕਿ ਇੱਕ ਚੁਣੇ ਹੋਏ ਨੁਮਾਇੰਦਿਆਂ ਦਾ ਚੁਣੀ ਹੋਈ ਸਰਕਾਰ ਦਾ ਇੱਕ ਮਜ਼ਾਕ ਬਣਾ ਕੇ ਰੱਖ ਦਿੱਤਾ। ਕਾਂਗਰਸ ਕਹਿ ਰਹੀ ਹੈ, ਕਾਂਗਰਸ ਦੇ ਵਿਰੋਧੀ ਧਿਰ ਦੇ ਨੇਤਾ ਕਹਿ ਰਹੇ ਨੇ, ਰਾਜਾ ਵੜਿੰਗ ਕਹਿ ਰਹੇ ਨੇ ਕਿ ਸਰਕਾਰ ਨੂੰ ਕਿਸਨੇ ਕਿਹਾ ਕਿ ਉਹ ਮੋਸ਼ਨ ਲੈ ਕੇ ਆਏ? ਅਗਰ ਕਿਸੇ ਨੇ ਖਰੀਦਿਆ ਹੀ ਨਹੀਂ, ਜਦੋਂ ਕਿਸੇ ਦੇ ਪਾਰਟੀ ਵਿੱਚੋਂ ਜਾ ਗਏ ਤਾਂ ਸਰਕਾਰ ਕੌਨਫੀਡੈਂਸ ਮੋਸ਼ਨ ਕਿਉਂ ਲਿਆਉਣਾ ਚਾਹੀਦਾ? ਕਾਂਗਰਸ ਪਾਰਟੀ ਦੇ ਪੰਜ ਰਾਜਾਂ ਦੇ ਵਿੱਚ ਉਹਨਾਂ ਨੇ ਖਰੀਦ ਕੇ ਉੱਥੇ ਆਪਣੀ ਸਰਕਾਰ ਬਣਾਈ ਆ ਬੀਜੇਪੀ ਨੇ। ਹੁਣੇ 8 ਜਿਹੜੇ ਐਮਐਲਏ ਸੀ ਗੋਆ ਦੇ ਵਿੱਚ ਖਰੀਦ ਕੇ ਉੱਥੇ ਸਰਕਾਰ ਬਣਾਈ ਹੈ। ਇਹ ਜਿਹੜੀ ਕਾਂਗਰਸ ਪਾਰਟੀ ਜਿਹਨੂੰ ਕਿ ਬੀਜੇਪੀ ਦਾ ਇਸ ਗੱਲੋਂ ਵਿਰੋਧ ਕਰਨਾ ਚਾਹੀਦਾ ਸੀ, ਜਿਹੜੀ ਕਿ ਲੋਕਤੰਤਰ ਦੀ ਹੱਤਿਆ ਕਰ ਰਹੀ ਆ, ਅੱਜ ਭਾਜਪਾ ਦੇ ਨਾਲ ਇਹ ਸਾਰੀਆਂ ਪਾਰਟੀਆਂ ਰਲ ਕੇ ਇਕਜੁੱਟ ਹੋ ਕੇ ਇਹ ਸਿਰਫ ਤੇ ਸਿਰਫ ਆਮ ਆਦਮੀ ਪਾਰਟੀ ਨੂੰ ਦਬਾਉਣਾ ਚਾਹੁੰਦੀਆਂ ਨੇ ਔਰ ਆਮ ਆਦਮੀ ਪਾਰਟੀ ਬਿਲਕੁਲ ਵੀ ਦਬਣ ਵਾਲੀ ਨਹੀਂ। ਆਮ ਆਦਮੀ ਪਾਰਟੀ ਜਦੋਂ ਕਹਿੰਦੀ ਸਾਡੇ ਵਿੱਚ ਇਕਜੁੱਟਤਾ ਹੈ, ਸਭ ਕੁਝ ਹੈ, ਤਾਂ ਫਿਰ ਕਿਉਂ ਇਹ ਚੀਜ਼ ਦਿਖਾਣੀ ਪੈ ਰਹੀ? ਜੋ ਲੋਕਤੰਤਰ ਦੀ ਅਸੀਂ ਦਿਖਾਉਣਾ ਚਾਹੁੰਦੇ ਹਾਂ, ਜਦੋਂ ਆਮ ਆਦਮੀ ਪਾਰਟੀ ਇਹ ਦੱਸਣਾ ਚਾਹੁੰਦੀ ਹੈ ਕਿ ਕਿਸ ਤਰੀਕੇ ਦੇ ਨਾਲ ਵੱਖ-ਵੱਖ ਸਟੇਟਾਂ ਦੇ ਵਿੱਚ ਭਾਜਪਾ ਆਪਰੇਸ਼ਨ ਲੋਟਸ ਚਲਾ ਕੇ ਲੋਕਾਂ ਨੂੰ ਡਰਾ ਕੇ, ਲੋਕਾਂ ਨੂੰ ਧਮਕਾ ਕੇ ਔਰ ਉਹਨਾਂ ਨੂੰ ਪੈਸੇ ਦਾ ਲਾਲਚ ਦੇ ਕੇ ਕਿਸ ਤਰ੍ਹਾਂ ਖਰੀਦਦੀ ਆ, ਇਹ ਅਸੀਂ ਸਭ ਤੋਂ ਵੱਡੇ ਮੰਦਰ ਦੇ ਵਿੱਚ ਦਿਖਾਉਣਾ ਚਾਹੁੰਦੇ ਹਾਂ। ਸੋ ਕਿਸ ਤਰੀਕੇ ਦੇ ਨਾਲ ਭਾਜਪਾ ਵੱਲੋਂ ਖਰੀਦਿਆ ਜਾ ਰਿਹਾ ਹੈ, ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕੈਮਰਾਮੈਨ ਵਿਨੋਦ ਦੇ ਨਾਲ ਚੰਡੀਗੜ੍ਹ ਤੋਂ ਅਮਨਪ੍ਰੀਤ ਕੌਰ। वहीं इसी खबर पर अधिक जानकारी के लिए वरिष्ठ पत्रकार अजय शर्मा हमारे साथ जुड़ रहे हैं। अजय शर्मा जी, आपका स्वागत है। लेकिन आप सीधे हम मुद्दे पे आते हैं, आप सीधे ऑपरेशन लोटस का इस्तेमाल बता रही है इस आंदोलन के बीच में। अजय शर्मा जी, देखिए, बात तो उनकी सही दिखाई देती है, क्योंकि चाहे किसी भी राज्य की हम बात करें, महाराष्ट्र की बात करें या हम किसी भी राज्य में चले जाएं, क्योंकि महाराष्ट्र का मैंने जिक्र लिखा कि अभी लेटेस्ट है वो, तो ऑपरेशन लोटस जो है सभी की जानकारी में है और जिससे साफ साफ दिखाई देता है कि जब आप जीत नहीं सकते हैं लोकतंत्र के अंदर तो और जीत कर सरकार नहीं बना सकते हैं, तब आप जो है इस माध्यम से अपनी सरकार बनाने की कोशिश करते हैं। यानी कि आपका मतदान जैसी प्रक्रिया में कोई इंटरेस्ट नहीं रह गया है। भाई, अगर एक उम्मीदवार किसी भी पार्टी से खड़ा होता है तो जब मतदाता जाता है तो वो उस उम्मीदवार के साथ साथ पार्टी की विचारधारा को भी देखता है, उससे जुड़कर उसको वो मतदान करता है। लेकिन वही जब आप उसी उम्मीदवार को जब जीत जाता है, खरीद लेते हैं, और तो पिक्चर बदल जाती है। एक तो यहाँ पर ये बात है। दूसरी बात जो साफ साफ हमारी समझ में आ रहा है कि इस वक्त कुछ राज्यों में चुनाव है और भारतीय जनता पार्टी की नजर हरियाणा के ऊपर भी है। हरियाणा को और जिस तरीके से आम आदमी पार्टी तेजी से बढ़ रही है, उसको रोकने के लिए जरूरी है कि उसको एक उसकी छवि खराब की जाए या फिर उसको भी आम दूसरी अलग पार्टी की तरह कहा जाए कि ये भी वैसी ही है। ये एक ऐसा विकल्प नहीं है। नहीं अजय जी, कल आम आदमी पार्टी के कैबिनेट मंत्री रहे अमन अरोड़ा जी, उन्होंने प्रेस कॉन्फ्रेंस की और उन्होंने अपने प्रेस कॉन्फ्रेंस में सीधे तौर पर ऑपरेशन लोटस का जिक्र किया और उन्होंने कहा कि ये जो भी राज्यपाल ने किया है, उन्होंने एक दिन का विशेष सत्र रद्द किया है, तो ये भी बीजेपी का ही हाथ है। और उन्होंने कांग्रेस को, बल्कि उन्होंने कहा कि जब बीजेपी का उन्होंने नाम लिया कि बीजेपी चाहती है कांग्रेस मुक्त भारत हो जाए, लेकिन उन्होंने कहा कि कांग्रेस मुक्त भारत हो सकता है, विपक्ष मुक्त भारत नहीं हो सकता। कहीं ना कहीं बीजेपी उनके निशाने पर है। आने वाले कल में हिमाचल और पंजाब चुनाव है,